ਜੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਹਿ ਸੰਕ ਤੁਮ ਆਪ ਉਚਾਰੋ। ਕੋਲ ਬੈਠੇ ਹੋਏ ਜਿਹੜੇ ਉਮਰਾਵ ਨੇ ਉਹਨਾਂ ਨੇ ਵੀ ਚੰਦੂ ਦੇ ਨਾਲ ਹਾਮੀ ਭਰੀ ਕਿ ਵੇਖੋ ਬਾਦਸ਼ਾਹ ਜੀ, ਤੁਹਾਡੇ ਭਲੇ ਵਾਸਤੇ ਤੁਹਾਡੀ ਜਾਨ ਬਚ ਜਾਏ, ਇਹਦੇ ਵਾਸਤੇ ਤੁਸੀਂ ਕੋਈ ਵੀ ਮਨ ਵਿੱਚ ਸ਼ੰਕਾ ਨਾ ਕਰੋ। ਤੁਸੀਂ ਆਪ ਮਨ ਵਿੱਚ ਕਿਸੇ ਕਿਸਮ ਦੀ ਕੋਈ ਵਿਚਾਰ ਨਾ ਲਿਆਵੋ ਅਤੇ ਇਹ ਆਪਣੇ ਮਨ ਵਿੱਚ ਕੋਈ ਭਰਮ ਨਾ ਕਰੋ। ਦੇਹਾ ਸਨਮਾਨ ਸਮੀਪ ਹਕਾਰੋ। ਇਹ ਉਮਰਾਵ ਜਿਹੜੇ ਸਲਾਹਕਾਰ ਨੇ ਚੰਦੂ ਦੇ ਕਹਿਣ ਲੱਗੇ, ਬਾਦਸ਼ਾਹ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਨਮਾਨ ਸਹਿਤ ਬੇਨਤੀ ਕਰੋ, ਕਿਉਂਕਿ ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਬਾਦਸ਼ਾਹ ਜਹਾਂਗੀਰ ਸਨਮਾਨ ਕਰਦਾ, ਉਹਨਾਂ ਦਾ ਆਦਰ ਕਰਦਾ, ਮਾਣ ਅਤੇ ਸਤਿਕਾਰ ਕਰਦਾ। ਅਤੇ ਇਸੇ ਤਰ੍ਹਾਂ ਇਹ ਆਪਣੀ ਚਲਾਕੀ ਵਾਲੇ ਸ਼ਬਦ ਵਰਤਦਿਆਂ ਹੋਇਆਂ ਕਹਿਣ ਲੱਗੇ, ਬਾਦਸ਼ਾਹ ਤੁਸੀਂ ਬੜੇ ਸਨਮਾਨ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇੱਥੇ ਬੁਲਾਉਣ ਵਾਸਤੇ ਕੋਈ ਸੁਨੇਹਾ ਭੇਜਣਾ ਕਰੋ। ਪੁਨ ਤੀਸਰ ਉਮਰਾਵ ਬਖਾਨੈ। ਜਿਹੜਾ ਤੀਸਰਾ ਉਮਰਾਵ ਚੌਧਰੀ ਹੈ ਜਾਂ ਕੋਈ ਆਲਾ ਕਰਮਚਾਰੀ, ਉੱਚ ਅਹੁਦੇ ਦਾ ਅਫਸਰ, ਉਹਨੇ ਵੀ ਆਖਿਆ, ਬਾਦਸ਼ਾਹ ਜਿਵੇਂ ਇਹ ਗੱਲ ਇਹਨਾਂ ਨੇ ਕੀਤੀ ਹੈ। ਵਿਦਿਆ ਮਹਾ ਨਜੂਮੀ ਜਨ। ਇਹ ਜਿਹੜਾ ਨਜੂਮੀ ਆ ਨਾ ਆਪਣੇ ਕੋਲ, ਇਹ ਜਿਹੜਾ ਜੋਤਸ਼ੀ ਆ, ਇਹਦੇ ਕੋਲ ਬੜੀ ਵਿਦਿਆ ਹੈ, ਇਹ ਸਿਆਣਾ ਹੈ, ਇਹ ਜੋਤਿਸ਼ ਵਿਦਿਆ ਦਾ ਚੰਗਾ ਮਾਰ ਹੈ। ਜਾਪ ਜੋ ਕਰਹਿ ਨਾਮ ਤਿਸ ਜਾਤ। ਅਤੇ ਜੋ ਇਸ ਨੇ ਦੱਸਿਆ ਹੈ, ਨਾਮ ਵੀ ਦੱਸ ਦਿੱਤਾ ਹੈ ਅਤੇ ਜਾਤ ਵੀ ਦੱਸ ਦਿੱਤੀ ਹੈ, ਕਿਉਂਕਿ ਸਾਜ਼ਿਸ਼ ਆਪ ਹੀ ਘੜੀ ਹੈ। ਇਹਨਾਂ ਨੇ ਨਾਮ ਵੀ ਦੱਸ ਦਿੱਤਾ ਹੈ ਵੀ ਉਹਨਾਂ ਦਾ ਨਾਮ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੋਵੇਗਾ ਅਤੇ ਸੋਢੀ ਵੰਸ਼ ਦੇ ਉਹ ਮਹਾਨ ਸਤਿਗੁਰੂ ਜੀ ਹੋਣਗੇ। ਇਹ ਕਹਿੰਦਾ ਹੈ, ਬਾਦਸ਼ਾਹ ਨਜੂਮੀ ਨੇ ਤੇ ਸਾਨੂੰ ਇਹ ਵੀ ਦੱਸ ਦਿੱਤਾ ਹੈ। ਜਾਣੇ ਵਿੱਚ ਕਿਤਾਬ ਬਖਿਆਤ। ਜਿਹੜੀ ਇਹਨਾਂ ਦੇ ਕੋਲ ਜੋਤਿਸ਼ ਵਿਦਿਆ ਦੀ ਕਿਤਾਬ ਆ, ਉਸ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਵਿਚਾਰਿਆ ਹੈ, ਉਹਨੂੰ ਚੰਗੀ ਤਰ੍ਹਾਂ ਸਮਝਿਆ ਹੈ, ਉਹਨੂੰ ਸਮਝ ਕੇ ਤੇ ਫੇਰ ਹੀ ਇਹਨਾਂ ਨੇ ਵਿਖਿਆਨ ਕੀਤਾ ਹੈ। ਖੋਜੈ ਬਿਨਾ ਨਿਕਟ ਸੋ ਪਾਇਓ। ਕਹਿਣ ਲੱਗੇ, ਵੇਖੋ ਇਹ ਸਾਡੇ ਵਾਸਤੇ ਕਿੰਨੀ ਚੰਗੀ ਗੱਲ ਆ, ਤੁਸੀਂ ਤੇ ਐਵੇਂ ਵਿਚਾਰ ਵਿੱਚ ਪਏ, ਸਾਨੂੰ ਲੱਭਣਾ ਹੀ ਨਹੀਂ ਪਿਆ, ਸਾਨੂੰ ਭਾਲ ਹੀ ਨਹੀਂ ਕਰਨੀ ਪਈ। ਇੰਨੇ ਵੱਡੇ ਨਗਰ ਦੇ ਵਿੱਚੋਂ ਜਾ ਕੇ ਇਹੋ ਜਿਹੇ ਗੁਣਾਂ ਵਾਲੇ ਮਹਾਂਪੁਰਸ਼ ਨੂੰ ਲੱਭਣਾ ਕੋਈ ਸੌਖੀ ਬਾਤ ਆ ਤੇ ਇਹਨਾਂ ਨੇ ਸਾਨੂੰ ਸੌਖਾ ਹੀ ਢੰਗ ਦੱਸ ਦਿੱਤਾ ਹੈ, ਅਤੇ ਬਿਲਕੁਲ ਹੈ ਵੀ ਬਿਨਾਂ ਕਿਸੇ ਖੋਜ ਕੀਤਿਆਂ ਬੜੇ ਸੌਖੇ ਢੰਗ ਦੇ ਨਾਲ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਬਤ ਪਤਾ ਲੱਗ ਗਿਆ ਹੈ। ਹੋਏ ਨਾ ਜਗ ਅਸ ਨਹੀਂ ਬਤਾਇਓ। ਐਸਾ ਨਹੀਂ ਦੱਸਿਆ ਜੋ ਜਗਤ ਵਿੱਚ ਨਾ ਹੋਵੇ। ਕਹਿੰਦੇ ਵੇਖੋ ਜੀ, ਇਹ ਜੋਤਸ਼ੀ ਝੂਠ ਨਹੀਂ ਬੋਲਦਾ, ਕੋਈ ਕੱਚੀ ਗੱਲ ਨਹੀਂ ਕਰਦਾ, ਇਹ ਸੱਚਮੁੱਚ ਹੀ ਜੋਤਿਸ਼ ਵਿਦਿਆ ਦੇ ਵਿੱਚ ਮਾਹਰ ਆ। ਇਹਨੇ ਕੋਈ ਐਸਾ ਨਹੀਂ ਦੱਸਿਆ ਜਿਹਦਾ ਉਪਾਅ ਨਾ ਹੋ ਸਕੇ ਸਾੜ ਸਤੀ ਨੂੰ ਟਾਲਣ ਦਾ। ਇਹਨੇ ਉਹੀ ਕੁਛ ਦੱਸਿਆ ਹੈ ਜੋ ਇਸ ਇਲਾਕੇ ਦੇ ਵਿੱਚੋਂ ਇਹਦਾ ਉਪਾਅ ਵੀ ਇਸ ਨਜੂਮੀ ਨੇ ਦੱਸ ਦਿੱਤਾ ਹੈ। ਆਗੇ ਬਹੁਤ ਭਾਰ ਪਤਿਆਵਾ। ਫਿਰ ਇਹ ਉਮਰਾਵ ਕਹਿਣ ਲੱਗਾ, ਵੇਖੋ ਬਾਦਸ਼ਾਹ, ਪਹਿਲਾਂ ਵੀ ਕਈ ਵਾਰੀ ਤੁਸੀਂ ਪਰਤਾਵਾ ਕੀਤਾ ਹੈ, ਪਹਿਲਾਂ ਵੀ ਕਈ ਵਾਰ ਤੁਸੀਂ ਇਸ ਜੋਤਸ਼ੀ ਨੂੰ, ਇਹਦੀ ਵਿਦਿਆ ਨੂੰ ਤੁਸੀਂ ਚੰਗੀ ਤਰ੍ਹਾਂ ਪਰਤ ਕੇ, ਪਰਤਾ ਕੇ
ਚੰਗੀ ਤਰ੍ਹਾਂ ਪਰਖ ਲਿਆ ਹੈ। ਜਥਾ ਕਹੈ ਤਮ ਬਨਿਓ ਬਨਾਵਾ। ਇਹਨੇ ਜੋ ਵੀ ਸਾਨੂੰ ਦੱਸਿਆ ਹੈ, ਇਹ ਤੇ ਉਪਾਅ ਸਾਨੂੰ ਬਣਿਆ ਬਣਾਇਆ ਹੀ ਮਿਲ ਗਿਆ ਹੈ। ਸਾਨੂੰ ਲੋੜ ਹੀ ਨਹੀਂ ਕਿਸੇ ਪਾਸੇ ਜਾ ਕੇ ਲੱਭਣ ਦੀ। ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਵੇਲੇ ਬਾਦਸ਼ਾਹ ਜੀ ਤੁਹਾਡੇ ਕੋਲ ਹੀ ਆ, ਆਪਣੇ ਨਗਰ ਦੇ ਵਿੱਚ ਹੀ ਆ। ਕਿਤੇ ਲਾਂਭੇ ਜਾਣ ਦੀ ਲੋੜ ਹੀ ਨਹੀਂ, ਲਾਂਭੇ ਖੋਜ ਕਰਨ ਦੀ ਲੋੜ ਹੀ ਨਹੀਂ ਹੈ। ਇਹ ਤੇ ਆਪਣੇ ਆਪ ਹੀ ਉਪਾਅ ਸਾਰ ਸਤੀ ਨੂੰ ਟਾਲਣ ਵਾਲਾ ਬਣ ਗਿਆ ਹੈ। ਕਹਿਓ ਨਜੂਮੀ ਹਮ ਇਹ ਕਾਮ। ਜਦੋਂ ਨਜੂਮੀ ਨੂੰ ਇਹ ਹਵਾ ਮਿਲੀ ਤੇ ਨਜੂਮੀ ਕਹਿਣ ਲੱਗਾ, ਵੇਖੋ ਜੀ ਸਾਡਾ ਤੇ ਕੰਮ ਹੀ ਇਹ ਆ, ਸਾਡਾ ਤੇ ਕੰਮ ਹੀ ਜੋਤਿਸ਼ ਵਿਦਿਆ ਦਾ ਹੈ। ਕਿਉਂਕਿ ਸਾਰੇ ਚਲਾਕ ਬੰਦੇ ਆ, ਚਲਾਕੀਆਂ ਕਰਨ ਵਾਲੇ, ਚਤੁਰਾਈਆਂ ਕਰਨ ਵਾਲੇ। ਕਹਿੰਦਾ ਬਾਦਸ਼ਾਹ ਜੀ ਸਾਡਾ ਤੇ ਜੱਦੀ ਪੁਰਸ਼ੀ ਇਹ ਕੰਮ ਹੀ ਜੋਤਿਸ਼ ਵਿਦਿਆ ਦਾ ਹੈ। ਖੋਜੈ ਹਜ਼ਰਤ ਹਾਲ ਤਮਾਮ। ਅਸੀਂ ਤਾਂ ਆਪਣੇ ਬਾਦਸ਼ਾਹ ਦੀ ਸੁੱਖ ਚਾਹੁੰਦੇ ਹਾਂ, ਸਾਡਾ ਬਾਦਸ਼ਾਹ ਸੁਖੀ ਵਸੇ, ਜਿਹਦੇ ਨਾਲ ਉਹਨੂੰ ਤੰਦਰੁਸਤੀ ਮਿਲ ਜਾਏ। ਬਸ ਸਾਡੀ ਜਿਹੜੀ ਖੋਜ ਆ ਨਾ, ਇਹ ਤਾਂ ਇਹੋ ਹੀ ਰਹਿੰਦੀ ਹੈ। ਦੇਖਤ ਬੁਰੋ ਆਏ ਬਤਲਾਉ। ਜਦੋਂ ਮੈਨੂੰ ਪਤਾ ਲੱਗਿਆ ਇਸ ਵਿਦਿਆ ਦੇ ਮੁਤਾਬਕ ਕਿ ਬਾਦਸ਼ਾਹ ਦੇ ਉੱਤੇ ਇਹ ਕਸ਼ਟ ਆਉਣ ਵਾਲਾ ਹੈ, ਤੇ ਉਸੇ ਵੇਲੇ ਵੇਖੋ ਆਣ ਕੇ ਦੱਸ ਦਿੱਤਾ ਹੈ ਵੀ ਬਾਦਸ਼ਾਹ ਤੁਹਾਡੇ ਉੱਤੇ ਬਹੁਤ ਬੁਰਾ ਸਮਾਂ ਆਉਣ ਵਾਲਾ ਹੈ। ਕਹੈ ਜਤਨ ਸਭ ਖੇਦ ਮਟਾਉ। ਹੁਣ ਇਹ ਸਾਰੇ ਜਿਹੜੇ ਯਤਨ ਆ ਨਾ, ਜਦੋਂ ਕੀਤੇ ਗਏ ਤੇ ਤੁਹਾਡੇ ਸਾਰੇ ਕਸ਼ਟ ਜਿਹੜੇ ਉਹ ਟਲ ਜਾਣਗੇ, ਤੁਹਾਡੇ ਸਿਰ ਤੋਂ ਬਲਾ ਟਲ ਜਾਏਗੀ, ਤੁਹਾਨੂੰ ਕੋਈ ਦੁੱਖ ਨਹੀਂ ਹੋਵੇਗਾ। ਜਿਵੇਂ ਅਸੀਂ ਕਿਹਾ ਹੈ, ਜੇ ਇਸੇ ਤਰ੍ਹਾਂ ਕੀਤਾ ਜਾਏ, ਸਦਾ ਬਾਦਸ਼ਾਹ ਕੀ ਸਰੇ ਕਰੰਤੇ। ਅਸੀਂ ਤੇ ਸਦਾ ਹੀ ਬਾਦਸ਼ਾਹ ਨੂੰ ਸੁਖੀ ਵੇਖਣਾ ਚਾਹੁੰਦੇ ਹਾਂ। ਸਾਡੀ ਕੋਸ਼ਿਸ਼ ਇਹ ਆ ਬਾਦਸ਼ਾਹ ਸਦਾ ਹੀ ਸੁਖੀ ਵਸੇ। ਦਰਬ ਸਮੂਹ ਸਦੀਵ ਲਹੰਤੇ। ਇਸ ਵਾਸਤੇ ਅਸੀਂ ਧਨ ਵੀ ਲੈਂਦੇ ਹਾਂ, ਕਿਉਂਕਿ ਬਾਦਸ਼ਾਹ ਸਾਨੂੰ ਬਹੁਤ ਸਾਰਾ ਧਨ ਦਿੰਦਾ ਹੈ, ਮਾਇਆ ਦਿੰਦਾ ਹੈ, ਕਿਸੇ ਗੱਲ ਦੀ ਕੋਈ ਕਮੀ ਨਹੀਂ। ਇਸੇ ਵਾਸਤੇ ਤੇ ਇਹ ਸਾਰਾ ਕੁਝ ਲੈਂਦੇ ਆ ਵੀ ਬਾਦਸ਼ਾਹ ਦਾ ਹਾਲ ਚਾਲ ਸਦਾ ਹੀ ਪੁੱਛਦੇ ਰਹੀਏ, ਉਹਦੀ ਸੁੱਖ ਉਹਦੀ ਖੈਰ ਮੰਗੀਏ, ਔਰ ਉਹਦੀ ਚੜ੍ਹਦੀ ਕਲਾ ਵਾਸਤੇ ਸਦਾ ਹੀ ਦੁਆਵਾਂ ਕਰੀਏ। ਹੁਣ ਬੁਰਾ ਸਮਾਂ ਜਾਣਿਆ ਤਾਂ ਆਣ ਕੇ ਤੁਹਾਨੂੰ ਬੇਨਤੀ ਕਰਕੇ ਦੱਸਿਆ ਹੈ। ਗੁਰੂ ਹਰਗੋਬਿੰਦ ਕਰ ਹੈ ਚਾਲੀਸਾ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਇਹ ਨਾਮ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਸੱਚੇ ਪਾਤਸ਼ਾਹ 40 ਦਿਨ ਉਹ ਚਾਲੀਸਾ ਕਰਨ। ਭਾਵੇਂ ਗੁਰੂ ਘਰ ਵਿੱਚ ਚਾਲੀਸੇ ਦੀ ਕੋਈ ਮਰਿਆਦਾ ਨਹੀਂ, ਪਰ ਕਵੀ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ, ਉਹਨਾਂ ਚਲਾਕ ਲੋਕਾਂ ਨੇ ਸਾਜ਼ਿਸ਼ ਘੜੀ ਆ, ਇੱਕ ਬਹਾਨਾ ਬਣਾਇਆ ਸੀ ਵੀ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਪਾ ਦੇ। ਅੱਗੋਂ ਚੰਦੂ ਦੇ ਵਿਉਂਤ ਸੀ ਵੀ ਮੈਂ ਕਿਲ੍ਹੇ ਵਿੱਚੋਂ ਬਾਹਰ ਨਹੀਂ ਆਉਣ ਦੇਣਾ, ਕਿਉਂਕਿ ਬਹੁਤ ਖਤਰਨਾਕ ਕੈਦ ਆ, ਬਹੁਤ ਸਾਰੇ ਰਾਜੇ ਜਿਹੜੇ ਉੱਥੇ ਕੈਦੀ ਆ, ਤੇ 52 ਤੇ ਇਹੋ ਜਿਹੇ ਰਾਜੇ ਖਤਰਨਾਕ ਜਿਸ ਕੈਦ ਵਿੱਚ ਪਾਏ ਆ, ਜਿਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਆ। ਉਸ ਥਾਂ 'ਤੇ ਜੇ ਸਤਿਗੁਰੂ ਜਾਂਦੇ ਆ ਤੇ ਫਿਰ ਮੈਂ ਬਾਹਰ ਨਹੀਂ ਆਉਣ ਦੇਵਾਂਗਾ। ਅੱਗੋਂ ਇਹ ਚੰਦੂ ਦੇ ਵਿਉਂਤ ਸੀ ਵੀ ਇਸੇ ਤਰ੍ਹਾਂ ਉੱਥੋਂ ਦੇ ਕਰਮਚਾਰੀਆਂ ਨੂੰ ਵੀ ਮੈਂ ਖਰੀਦ ਲਵਾਂਗਾ, ਆਪਣਾ ਦਬਾਅ ਦੇ ਨਾਲ ਉਹਨਾਂ ਨੂੰ ਵੀ ਡਰਾ ਲਵਾਂਗਾ। ਸੋ ਇਹ ਬਹਾਨਾ ਬਣਾਇਆ ਕਿ 40 ਦਿਨ ਵਾਸਤੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਜਾਂਦੇ ਹਨ, ਸਿਮਰ ਹੈ ਨਾਮ ਅੱਲਾਹ ਜਗਦੀਸ਼ਾ, ਤੇ ਉੱਥੇ ਜਾ ਕੇ ਬਾਦਸ਼ਾਹ ਦੇ ਭਲੇ ਵਾਸਤੇ ਅੱਲਾ ਦਾ ਨਾਮ ਜਪਦੇ ਆ, ਖੁਦਾ ਦਾ ਨਾਮ ਜਪਦੇ ਆ। ਜੇ ਉਸ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਬਾਦਸ਼ਾਹ ਦੀ ਸੁੱਖ ਵਾਸਤੇ
ਰੱਬ ਦਾ ਨਾਮ ਜਪਦੇ ਹਨ। ਕਰਹਿ ਬਾਦਸ਼ਾਹ ਕੀ ਖੈਰ ਖੁਦਾਏ। ਤੇ ਬਾਦਸ਼ਾਹ ਦੀ ਖੈਰ ਵਾਸਤੇ ਖੁਦਾ ਦੇ ਪਾਸੋਂ ਦੁਆ ਮੰਗਦੇ ਹਨ। ਮਿਟਹਿ ਕਲੇਸ਼ ਅਨੇਕ ਬੁਲਾਏ। ਕਹਿਣ ਲੱਗੇ ਸਾਰੇ ਕਲੇਸ਼ ਮੁੱਕ ਜਾਣਗੇ ਤੇ ਬਾਦਸ਼ਾਹ ਦੇ ਸਿਰ ਤੇ ਆਈਆਂ ਹੋਈਆਂ ਸਾਰੀਆਂ ਬਲਾਵਾਂ ਟਲ ਜਾਣਗੀਆਂ। ਤੋ ਇਸ ਢੰਗ ਦੇ ਨਾਲ ਇਹ ਸਾਜ਼ਿਸ਼ ਘੜਦੇ ਹਨ। ਸੁਣ ਉਮਰਾਵ ਕਹਿਤ ਹਮ ਜਾਨਾ। ਇਹ ਉਮਰਾਵ ਜਿਹੜਾ ਖਾਸ ਕਰਮਚਾਰੀ ਵੀ ਕਹਿ ਸਕਦੇ ਆ। ਕੋਈ ਬਾਦਸ਼ਾਹ ਦੇ ਕੋਲ ਵੱਡੇ ਲੋਕ ਜਿਵੇਂ ਚੌਧਰੀ ਲੋਕ ਹੁੰਦੇ ਆ, ਜਿਸ ਨੂੰ ਅੱਜ ਮੰਤਰੀ ਲੋਕ ਕਿਹਾ ਜਾਂਦਾ ਹੈ, ਇਹੋ ਜਿਹੇ ਉੱਚ ਅਹੁਦੇ ਵਾਲੇ ਲੋਕ ਬੈਠੇ ਆ। ਉਹਨਾਂ ਨੇ ਬਾਦਸ਼ਾਹ ਦੇ ਕੋਲ ਬੈਠਿਆਂ ਇਸ ਗੱਲ ਦੇ ਵਿੱਚ ਹਾਂ ਮਿਲਾਈ ਹੈ। ਗੁਣ ਵਿਦਿਆ ਤੁਮ ਵਿਖੇ ਮਹਾਨਾ। ਉਹ ਕਹਿਣ ਲੱਗੇ ਬਾਦਸ਼ਾਹ ਇਹ ਜਿਹੜਾ ਨਜੂਮੀ ਆ ਨਾ ਬੜਾ ਗੁਣੀ ਆ, ਇਹਦੇ 'ਚ ਬਹੁਤ ਗੁਣ ਨੇ, ਇਹ ਆਪਣੀ ਵਿਦਿਆ ਦੇ ਵਿੱਚ ਬਹੁਤ ਮਾਹਰ ਹੈ ਤੇ ਇਹ ਜਿਹੜਾ ਨਜੂਮੀ ਆ ਇਹ ਬਹੁਤ ਗੁਣਾਂ ਵਾਲਾ ਹੈ, ਵਿਦਿਆ ਦਾ ਪੂਰਾ ਧਨੀ ਹੈ। ਅਜਮਤ ਜੁਤ ਮਤ ਸੰਤ ਸੁਭਾਏ। ਤੇ ਕਹਿਣ ਲੱਗੇ ਕਿ ਸਤਿਗੁਰੂ ਜੀ ਕਰਾਮਾਤ ਸਹਿਤ ਸੰਤ ਸੁਭਾਅ ਵਾਲੇ ਹੋ ਕੇ, ਜਿੱਥੇ ਸਤਿਗੁਰੂ ਜੀ ਬੜੇ ਕਰਾਮਾਤੀ ਆ, ਉਹਨਾਂ ਵਿੱਚ ਪਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਜਾਪ ਕਰਨ ਸੁਦਇਓ ਬਤਾਏ। ਤੇ ਇਸ ਨਜੂਮੀ ਨੇ ਦੱਸ ਹੀ ਦਿੱਤਾ ਕਿ ਜੇ ਸਤਿਗੁਰੂ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਬਾਦਸ਼ਾਹ ਤੁਹਾਡੇ ਭਲੇ ਵਾਸਤੇ ਜਾਪ ਕਰਨ, ਖੁਦਾ ਦਾ ਸਿਮਰਨ ਕਰਨ, ਅੱਲਾ ਨੂੰ ਚੇਤੇ ਕਰਨ, ਤਿਸ ਤੈ ਭਲੋ ਨ ਕਿਓ ਹੋਏ ਛਾਹੂ। ਫਿਰ ਬਾਦਸ਼ਾਹ ਦਾ ਕਿਉਂ ਨਹੀਂ ਭਲਾ ਹੋਵੇਗਾ। ਇੰਨੇ ਵੱਡੇ ਸਤਿਗੁਰੂ ਜੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਭਗਤੀ ਕਰਦੇ ਆ, ਬੰਦਗੀ ਕਰਦੇ ਆ, ਸਿਮਰਨ ਕਰਦੇ ਆ, ਖੁਦਾ ਨੂੰ ਚੇਤੇ ਕਰਦੇ ਆ, ਤੇ ਵੇਖੋ ਬਾਦਸ਼ਾਹ ਜੀ ਫਿਰ ਤੁਹਾਡਾ ਭਲਾ ਕਿਉਂ ਨਹੀਂ ਹੋਵੇਗਾ। ਬਸ ਇਕੰਤ ਦੁਰਗ ਕੇ ਮਾਹੂ। ਇੱਕ ਤਾਂ ਇਕਾਂਤ ਜਗ੍ਹਾ ਹੈ, ਉੱਥੇ ਕੋਈ ਰੌਲਾ ਰੱਪਾ ਨਹੀਂ, ਬਿਲਕੁਲ ਪਾਸੇ ਹੈ, ਦੁਨੀਆਦਾਰੀ ਤੋਂ ਪਾਸੇ ਆ। ਤੇ ਉਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਇੱਕ ਚਿਤ ਸਿਮਰ ਹੈ ਨਾਮ ਖੁਦਾਏ। ਇੱਕ ਚਿੱਤ ਹੋ ਕੇ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਖੁਦਾ ਨੂੰ ਚੇਤੇ ਕਰਦੇ ਹਨ, ਰੱਬ ਨੂੰ ਚੇਤੇ ਕਰਦੇ ਹਨ, ਸਾੜ ਸਤੀ ਆਦਿਕ ਦੁੱਖ ਜਾਏ। ਮਿਥੀ ਹੋਈ ਜਿਹੜੀ ਇਹਨਾਂ ਦੀ ਸਾਜ਼ਿਸ਼, ਉਹਦੇ ਤਹਿਤ ਕਹਿਣ ਲੱਗੇ ਬਾਦਸ਼ਾਹ ਜੀ ਫਿਰ ਤੁਹਾਡੇ ਸਿਰ ਤੋਂ ਸਾਰੀਆਂ ਸਾੜ ਸਤੀਆਂ ਟਲ ਜਾਣਗੀਆਂ, ਤੁਹਾਡੇ ਦੁੱਖ ਤਕਲੀਫ ਇਹ ਖਤਮ ਹੋ ਜਾਣਗੇ। ਏਵ ਉਤਾਰ ਚੜਾਓ ਸੁਨਾਏ। ਇਹ ਗੱਲ ਬੜੀ ਵਧਾ ਚੜਾ ਕੇ, ਕਿਉਂਕਿ ਝੂਠੀ ਗੱਲ ਇਹਨਾਂ ਨੇ ਕੋਲੋਂ ਬਣਾਈ, ਬਹੁਤ ਵਧਾ ਚੜਾ ਕੇ ਬਾਦਸ਼ਾਹ ਨੂੰ ਦੱਸੀ ਹੈ। ਜਹਾਂਗੀਰ ਕੋ ਮਨ ਪਰਮਾਏ। ਜਦੋਂ ਬਹੁਤੇ ਬੰਦੇ ਕਹੀ ਜਾਣ ਵੀ ਤੂੰ ਬਿਮਾਰ ਆ, ਤੇਰਾ ਸਰੀਰ ਠੀਕ ਨਹੀਂ ਆ, ਦੂਸਰਾ ਵੀ ਆਣ ਕੇ ਆਖੇ ਵੀ ਤੇਰਾ ਮੱਥਾ ਤਪਦਾ ਜਾਪਦਾ, ਤੀਸਰਾ ਵੀ ਆਣ ਕੇ ਆਖੇ ਤੇਰਾ ਉਤਰਿਆ ਜਾਪਦਾ, ਫਿਰ ਉਹ ਬੰਦੇ ਨੂੰ ਆਪਣੇ ਸਰੀਰ ਬਾਰੇ ਸ਼ੰਕਾ ਪੈਦਾ ਹੋਣ ਲੱਗ ਪੈਂਦੀ ਹੈ ਵੀ ਸ਼ਾਇਦ ਸੱਚਮੁੱਚ ਹੀ ਮੈਨੂੰ ਬੁਖਾਰ ਚੜ੍ਹਿਆ ਹੋਵੇਗਾ ਜਾਂ ਕੋਈ ਸਰੀਰ 'ਚ ਢਿੱਲ ਮੱਠ ਹੋਵੇਗੀ। ਇਕੱਲੇ ਚੰਦੂ ਨੇ ਹੀ ਨਹੀਂ, ਇਹਦੇ ਨਾਲ ਜਿੰਨੇ ਹੋਰ ਸੰਗੀ ਸਾਥੀ ਆ, ਮੰਨ ਲਓ ਕਿ ਜਿਹਨੂੰ ਆਪਾਂ ਚੰਡਾਲ ਚੌਂਕੜੀ ਕਹਿੰਦੇ ਆ, ਉਹਨਾਂ ਲੋਕਾਂ ਨੇ ਵੀ ਬਾਦਸ਼ਾਹ ਨੂੰ ਆਖਿਆ ਵੀ ਤੁਹਾਡਾ ਇਸੇ ਵਿੱਚ ਹੀ ਭਲਾ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਜਾ ਕੇ ਭਗਤੀ ਕਰਦੇ ਆ, ਸਿਮਰਨ ਕਰਦੇ ਆ, ਤੇ ਤੁਹਾਡੇ ਸਾਰੇ ਦੁੱਖ ਟਲ ਜਾਣਗੇ। ਜਦੋਂ ਇਹ ਗੱਲਾਂ ਕੀਤੀਆਂ, ਵਧਾ ਚੜਾ ਕੇ ਬਾਦਸ਼ਾਹ ਦਾ ਮਨ ਜਿਹੜਾ ਸੀ ਉਹ
ਭਰਮ ਦੇ ਵਿੱਚ ਪੈ ਗਿਆ, ਭੁਲੇਖੇ ਦੇ ਵਿੱਚ ਪੈ ਜਾਂਦਾ ਹੈ। ਸਭ ਕੈ ਕਹੈ ਜਾਣ ਕਰ ਸਾਚੀ, ਮਨ ਵਿੱਚ ਸੋਚਦਾ ਵੀ ਸਾਰਿਆਂ ਨੇ ਇਹ ਗੱਲ ਤੇ ਸੱਚੀ ਕੀਤੀ ਜਾਪਦੀ ਹੈ, ਸਾਰਿਆਂ ਨੇ ਇੱਕੋ ਹੀ ਗੱਲ ਕੀਤੀ ਹੈ। ਡਰਤ ਮਰਨ ਤੇ ਗਿਰਾ ਉਹ ਬਾਚੇ, ਹੁਣ ਮੌਤ ਦਾ ਜਿਹੜਾ ਡਰ ਆ ਇਹ ਹਰੇਕ ਨੂੰ ਆ। ਦੁਨੀਆ ਦੇ ਉੱਤੇ ਭਾਵੇਂ ਕੋਈ ਕਿੰਨਾ ਵੱਡਾ ਬਲੀ ਯੋਧਾ ਹੈ, ਕਿੰਨਾ ਵੱਡਾ ਆਪਣੇ ਆਪ ਨੂੰ ਕੋਈ ਬੰਦਾ ਬਹਾਦਰ ਅਖਵਾਏ, ਮੌਤ ਦੇ ਨਾਮ ਤੋਂ ਹਰ ਮਨੁੱਖ ਡਰਦਾ ਹੈ ਤੇ ਕੰਬਦਾ ਹੈ। ਇਸੇ ਤਰ੍ਹਾਂ ਇਹ ਬਾਦਸ਼ਾਹ ਜਦੋਂ ਮੌਤ ਦਾ ਨਾਮ ਸੁਣਦਾ ਹੈ ਮਨ ਵਿੱਚ ਬਹੁਤ ਡਰਦਾ ਹੈ। ਜਾਏ ਆਪ ਮੈਂ ਤਿਨ ਕੇ ਡੇਰੇ, ਤੇ ਇਸ ਬਾਦਸ਼ਾਹ ਨੇ ਫਿਰ ਕਿਸੇ ਉਮਰਾਵ ਨੂੰ ਇਹ ਗੱਲ ਆਖੀ ਵੀ ਫਿਰ ਤੁਹਾਡੇ ਵਿੱਚੋਂ ਹੀ ਕਿਸੇ ਇੱਕ ਬੰਦੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਡੇਰੇ ਭੇਜਿਆ ਜਾਏ। ਕਹਾ ਬਿਨੈ ਜਤ ਬਾਕ ਅਗੇਰੇ, ਤੇ ਉਹਨਾਂ ਨੂੰ ਅੱਗੋਂ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸਾਡੇ ਵੱਲੋਂ ਬੇਨਤੀ ਕੀਤੀ ਜਾਏ। ਕਿਰਪਾ ਕਰਹਿ ਲੇਵਹਿ ਬਚਮਾਨ, ਜੇ ਕਿਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੀ ਇਹ ਬੇਨਤੀ ਮੰਨ ਲੈਣ ਤੇ ਮੇਰੇ ਪ੍ਰਾਣ ਬਚ ਜਾਣ, ਮੇਰੀ ਜਾਨ ਬਚ ਜਾਏ। ਜਦੋਂ ਸਾਰਿਆਂ ਨੇ ਇਹ ਸਲਾਹ ਦਿੱਤੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਭੇਜਣਾ ਚਾਹੀਦਾ ਹੈ, ਤੁਹਾਡਾ ਬਚਾਅ ਹੀ ਇਹਦੇ ਵਿੱਚ ਆ। ਬਾਦਸ਼ਾਹ ਭਰਮ ਦੇ ਵਿੱਚ ਪੈ ਗਿਆ ਤੇ ਬੈਠਿਆ ਹੋਇਆ ਫਿਰ ਉੱਥੇ ਕਹਿੰਦਾ ਹੈ ਕੋਈ ਇੱਕ ਜਾਓ ਤੇ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰੋ ਤਾਂ ਕਿ ਮੇਰੀ ਜਾਨ ਬਚ ਜਾਏ। ਕਰਹਿ ਜਾਪ ਤੇ ਮਮ ਕਲਿਆਣ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰੋ, ਮਹਾਰਾਜ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਆਓ, ਉੱਥੇ ਜਾ ਕੇ ਸਾਡੇ ਭਲੇ ਵਾਸਤੇ ਜਾਪ ਕਰੋ, ਖੁਦਾ ਦੇ ਚਰਨਾਂ ਵਿੱਚ ਬੇਨਤੀ ਕਰੋ ਤਾਂ ਕਿ ਮੇਰੀ ਕਲਿਆਣ ਹੋ ਜਾਏ। ਹੁਣ ਬਾਦਸ਼ਾਹ ਇਹਨਾਂ ਦੀਆਂ ਗੱਲਾਂ ਵਿੱਚ ਆਉਂਦਾ ਹੈ। ਇੱਕ ਤਾਂ ਚੰਦੂ ਹੈ ਜਿਹੜਾ ਮੁੱਖ ਇਹਨਾਂ ਦਾ ਮੇਨ ਬੰਦਾ, ਚੁਗਲੀ ਮਾਰ ਤੇ ਉਹਦੇ ਨਾਲ ਖਰੀਦੇ ਹੋਏ ਜਿਹੜੇ ਬਾਕੀ ਉਮਰਾਵ ਆ, ਇਹ ਸਾਰੇ ਬਾਦਸ਼ਾਹ ਦੇ ਕੋਲ ਇਉਂ ਗੱਲਾਂ ਕਰਦੇ ਆ। ਬਾਦਸ਼ਾਹ ਭਰਮ ਦੇ ਵਿੱਚ ਪੈਂਦਾ ਹੈ ਤੇ ਇਸ ਢੰਗ ਦੇ ਨਾਲ ਫਿਰ ਉੱਥੇ ਗੱਲ ਕਰਦਾ ਕਿ ਸਤਿਗੁਰਾਂ ਨੂੰ ਸਾਡੇ ਵੱਲੋਂ ਗਵਾਲੀਅਰ ਦੇ ਕਿਲੇ ਵਿੱਚ ਆਉਣ ਵਾਸਤੇ ਇਹ ਬੇਨਤੀ ਕੀਤੀ ਜਾਏ। ਦੋਹਰਾ ਸੁਧ ਭੋਜਨ ਕੇ ਕਰਨ ਕੀ, ਬਾਦਸ਼ਾਹ ਨਹੀਂ ਸੁਧ ਕੋਈ। ਹੁਣ ਮੌਤ ਦਾ ਜਿਹੜਾ ਡਰ ਆ, ਇਹ ਜਿਹੜੀ ਸਾੜ ਸਤੀ ਦਾ ਡਰ ਆ, ਇੰਨਾ ਜ਼ਿਆਦਾ ਬਾਦਸ਼ਾਹ ਦੇ ਅੰਦਰ ਬਿਠਾ ਦਿੱਤਾ ਗਿਆ ਵੀ ਇਹ ਸਵੇਰ ਦੇ ਵੇਲੇ ਉੱਠਦਾ ਹੈ ਨਾ ਤੇ ਇਹਦਾ ਭੋਜਨ ਖਾਣ ਨੂੰ ਕੋਈ ਦਿਲ ਕਰਦਾ ਤੇ ਨਾ ਇਸ ਨੂੰ ਕੁਝ ਚੰਗਾ ਲੱਗਦਾ, ਭਾਵ ਇਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਕਿਸੇ ਨਾਲ ਬੋਲਣਾ ਨਹੀਂ ਚਾਹੁੰਦਾ। ਜਦੋਂ ਬੰਦਾ ਦੁਖੀ ਹੋਵੇ, ਪਰੇਸ਼ਾਨ ਹੋਵੇ, ਸਰੀਰ ਠੀਕ ਨਾ ਹੋਵੇ ਤੇ ਤਾਂ ਵੀ ਬੰਦੇ ਦੀ ਦਸ਼ਾ ਇਹੋ ਜਿਹੀ ਬਣਦੀ ਆ। ਪਰ ਇਹਨੂੰ ਇੰਨਾ ਵੱਡਾ ਭਰਮ ਪਾ ਦਿੱਤਾ ਵੀ ਤੇਰੀ ਮੌਤ ਹੋ ਜਾਣੀ ਆ। ਜਦ ਇਹੋ ਜਿਹਾ ਭਰਮ ਪਾ ਦਿੱਤਾ ਤੇ ਬਾਦਸ਼ਾਹ ਉਸ ਭਰਮ ਦੇ ਵਿੱਚ ਪੈਂਦਾ ਹੈ, ਨਾ ਤੇ ਇਹਨੇ ਭੋਜਨ ਛਕਿਆ ਹੈ ਤੇ ਨਾ ਹੀ ਮਾਨੋ ਜਿਵੇਂ ਆਪਣੇ ਸਰੀਰ ਦੀ ਸ਼ੁੱਧ ਖੋਹ ਲੈਂਦਾ, ਇਹੋ ਜਿਹੀ ਹਾਲਤ ਬਣ ਗਈ ਹੈ। ਦਾਸਨ ਕਹਿ ਬਹੁ ਬਾਰ, ਤਬ ਅਚਿਓ ਕੁਸ਼ਕ ਉਠ ਸੋਏ। ਜਿਹੜੇ ਹੁੰਦੇ ਨੇ ਇਹਨਾਂ ਦੇ ਲਾਂਗਰੀ ਸਿੰਘ ਰਸੋਈਏ, ਉਹਨਾਂ ਨੇ ਬਾਰ-ਬਾਰ ਬੇਨਤੀ ਕੀਤੀ ਹੈ ਕਿ ਬਾਦਸ਼ਾਹ ਜੀ ਕੁਝ ਨਾ ਕੁਝ ਭੋਜਨ ਛਕੋ, ਤੁਸੀਂ ਸਵੇਰ ਦਾ ਕੁਛ ਨਹੀਂ ਛਕਿਆ, ਤੁਹਾਨੂੰ ਕੁਝ ਨਾ ਕੁਝ ਭੋਜਨ ਛਕਣਾ ਚਾਹੀਦਾ ਹੈ। ਬਾਦਸ਼ਾਹ ਆਪਣੇ ਆਸਣ ਤੋਂ ਉੱਠਣਾ ਵੀ ਨਹੀਂ ਚਾਹੁੰਦਾ, ਉਹਨੂੰ ਕੁਛ ਵੀ ਚੰਗਾ ਨਹੀਂ ਲੱਗ ਰਿਹਾ ਹੈ। ਚੌਪਈ 4-5 ਮੂਡਣ ਕੇ ਮਤ ਕੀ। ਫਿਰ ਇਸੇ ਤਰ੍ਹਾਂ 4-5 ਹੋਰ ਮਨੁੱਖ ਜਿਹੜੇ ਆ
ਇਹੋ ਜਿਹੀਆਂ ਗੱਲਾਂ ਬਾਦਸ਼ਾਹ ਦੇ ਕੋਲ ਕਰਨ ਵਾਲੇ ਸੁਣ ਕਰ ਬਾਤ ਚਿੰਤ ਚਿਤ ਮਿਰਤ ਕੀ। ਜਦੋਂ ਬਾਦਸ਼ਾਹ ਨੇ ਹੋਰ ਲੋਕਾਂ ਦੇ ਕੋਲੋਂ ਕੁਝ ਗੱਲਾਂ ਸੁਣੀਆਂ ਤੇ ਗੱਲਾਂ ਵਧਾਉਣ ਵਾਲੇ ਫਿਰ ਵਧਾ ਕੇ ਦੱਸਦੇ ਆ, ਕਿਉਂਕਿ ਚੰਦੂ ਨੇ ਆਪਣੇ ਬੰਦੇ ਆਸ-ਪਾਸ ਛੱਡੇ ਹੋਏ ਆ। ਹੋਰ ਵੀ ਗੱਲਾਂ ਮਿਰਤ ਦੀਆਂ ਕਰਦੀਆਂ ਨੇ ਤੇ ਬਾਦਸ਼ਾਹ ਦੇ ਮਨ ਵਿੱਚ ਜਦੋਂ ਮੌਤ ਚੇਤੇ ਆਉਂਦੀ ਹੈ ਤੇ ਬੜਾ ਡਰਦਾ ਹੈ, ਕਿਉਂਕਿ ਉਹ ਬੰਦੇ ਮਾਹੌਲ ਇਹੋ ਜਿਹਾ ਬਣਾ ਦਿੰਦੇ ਆ ਕਿ ਜਿਸ ਵਿੱਚ ਮੌਤ ਦਾ ਨਕਸ਼ਾ ਸਾਹਮਣੇ ਲਿਆ ਕੇ ਰੱਖ ਦਿੰਦੇ ਆ। ਜਦੋਂ ਇਹਨਾਂ ਚੰਡਾਲ ਚੌਂਕੜੀ ਦੇ ਲੋਕਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ, ਬਾਦਸ਼ਾਹ ਦੇ ਮਨ ਵਿੱਚ ਬਹੁਤ ਚਿੰਤਾ ਪੈਦਾ ਹੁੰਦੀ ਹੈ। ਚੜ ਗਜ ਪਰ ਗਮਣਿਓ ਗੁਰ ਓਰੇ। ਹੁਣ ਇਹਨੇ ਇਹ ਹਿੰਮਤ ਕੀਤੀ, ਉੱਠਿਆ, ਜਲ ਪਾਣੀ ਕੋਈ ਨਹੀਂ ਛਕਿਆ ਤੇ ਹਾਥੀ ਦੇ ਉੱਤੇ ਸਵਾਰ ਹੋਇਆ ਹੈ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਆਪ ਚੱਲ ਕੇ ਜਾਂਦਾ ਹੈ। ਵਰਜੇ ਰੱਖੇ ਸਾਥ ਨਰ ਥੋਰੇ। ਬਾਦਸ਼ਾਹ ਦੇ ਨਾਲ ਅਕਸਰ ਬਹੁਤ ਸਾਰੇ ਲੋਕ ਉਹਨਾਂ ਦੀ ਤਨ ਦੀ ਰਾਖੀ ਵਾਸਤੇ ਜਾਂਦੇ ਆ, ਉਹਨਾਂ ਦੇ ਬਾਡੀਗਾਰਡ ਜਾਂਦੇ ਆ, ਉਹਨਾਂ ਦੀ ਫੋਰਸ ਜਾਂਦੀ ਹੈ। ਪਰ ਬਾਦਸ਼ਾਹ ਨੇ ਵਰਜਿਆ ਵੀ ਅੱਜ ਮੇਰੇ ਨਾਲ ਕੋਈ ਬਹੁਤਾ ਜ਼ਿਆਦਾ ਸਿਪਾਹੀ ਨਹੀਂ ਜਾਣਗੇ, ਥੋੜ੍ਹੇ ਜਿਹੇ ਮਨੁੱਖ ਐਵੇਂ ਥੋੜ੍ਹੀ ਗਿਣਤੀ ਵਾਲੇ ਉਹੀ ਮੇਰੇ ਨਾਲ ਚੱਲਣਗੇ, ਬਾਕੀ ਬਹੁਤਾ ਲਾਓ ਲਸ਼ਕਰ ਨਹੀਂ ਜਾਵੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਦਾ ਹੈ। ਖੁਸ਼ੀ ਨਾ ਚਿਤ ਕੋ ਭਾਵਤ ਕੋਈ। ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ। ਇਹਦੇ ਮਨ ਵਿੱਚ ਅੱਜ ਕੋਈ ਖੁਸ਼ੀ ਨਹੀਂ ਆ ਤੇ ਨਾ ਹੀ ਇਹਦਾ ਜਿਹੜਾ ਅੰਦਰੋਂ ਚਿੱਤ ਆ ਉਹਦੇ ਅੰਦਰ ਕੋਈ ਖੁਸ਼ੀ ਵਾਲੀ ਗੱਲ ਪੈਦਾ ਹੁੰਦੀ ਹੈ। ਇਹਦੀ ਜਿਹੜੀ ਮਨ ਦੀ ਦਸ਼ਾ ਹੈ ਉਹ ਠੀਕ ਨਹੀਂ ਹੈ। ਤਿਸੀ ਸੰਦੇਹ ਬਿਕੈ ਬ੍ਰਿਤ ਹੋਈ। ਔਰ ਉਸ ਵੇਲੇ ਇਹਦੀ ਜਿਹੜੀ ਬ੍ਰਿਤੀ ਆ ਅੰਦਰੋਂ ਬਾਰ-ਬਾਰ ਮੌਤ ਨੂੰ ਚੇਤੇ ਕਰਕੇ ਉਹ ਜਿਹੜਾ ਸ਼ੰਕਾ ਇਹਦੇ ਮਨ ਵਿੱਚ ਉਸ ਨਜ਼ੂਮੀ ਨੇ ਪਾ ਦਿੱਤਾ ਉਹਨੂੰ ਚੇਤੇ ਕਰ ਕਰਕੇ ਦੁਖੀ ਹੁੰਦਾ ਹੈ। ਪਹੁੰਚਿਆ ਗੁਰ ਟਿਗ ਬੰਧਨ ਧਾਰੇ। ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਬੰਦਨਾ ਕਰਦਾ ਹੈ, ਨਮਸਕਾਰ ਕਰਦਾ ਹੈ, ਸਤਿਗੁਰਾਂ ਨੂੰ ਜਾ ਕੇ ਮੱਥਾ ਟੇਕਦਾ ਹੈ। ਅਰਪੇ ਚਾਰ ਅਕੋਰ ਅਗਾਰੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਕੁਛ ਨੇ ਧਨ ਅਰਪਣ ਕੀਤਾ ਹੈ। ਜੋ ਭੇਟਾਵਾਂ ਨੇ ਪਦਾਰਥ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕੀਤੇ ਹਨ। ਮੌਨ ਠਾਣ ਕਰ ਬਦਨ ਮਲੀਨਾ। ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਚੁੱਪ ਕਰਕੇ ਬੈਠ ਗਿਆ ਹੈ। ਧੌ ਨੀਵੀਂ ਕੀਤੀ ਹੈ ਆਪਣੇ ਬਦਨ ਨੂੰ, ਜਿਵੇਂ ਬਾਰ-ਬਾਰ ਖੱਬੇ ਸੱਜੇ ਮਲੀਦਾ ਹੈ। ਭਾਵ ਬਹੁਤ ਢਿੱਲਾ ਮੂੰਹ ਕਰਕੇ ਸਤਿਗੁਰਾਂ ਦੇ ਕੋਲ ਬੈਠ ਗਿਆ ਹੈ। ਬੈਠਿਓ ਬਾਦਸ਼ਾਹ ਨਿਕਟ ਮਨ ਦੀਨਾ। ਬੜੇ ਦੁਖੀ ਮਨ ਦੇ ਨਾਲ ਇਹ ਬਾਦਸ਼ਾਹ ਜਹਾਂਗੀਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਾ ਹੈ। ਸਤਿਗੁਰ ਚਤਰ ਪਰਖ ਮੁਰਝਾਇਓ। ਹੁਣ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਬਹੁਤ ਧੀਰ ਜਵਾਨ ਤੇ ਸਾਰੀ ਖਲਕ ਦਾ ਗਿਆਨ ਰੱਖਣ ਵਾਲੇ, ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਦਸ਼ਾਹ ਦੀ ਅੰਦਰਲੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਬਾਦਸ਼ਾਹ ਕਿਉਂ ਮੁਰਝਾਇਆ ਹੈ। ਹਿਤ ਬੂਝਣ ਕੈ ਬਾਕ ਅਲਾਇਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫੇਰ ਵੀ ਆਪ ਉਹਦੇ ਮੂੰਹੋਂ ਸੁਣਨਾ ਚਾਹੁੰਦੇ ਹੈ ਕਿ ਬਾਦਸ਼ਾਹ ਦੱਸੋ ਤੁਹਾਡਾ ਕੀ ਹਾਲ ਹੈ। ਇਹ ਬਾਦਸ਼ਾਹ ਦੱਸੋ ਕਿਸ ਵਾਸਤੇ ਤੁਸੀਂ ਇਸ ਵੇਲੇ ਸਾਡੇ ਪਾਸ ਪਹੁੰਚੇ ਹੋ। ਹਜ਼ਰਤ ਕਹੋ ਕਵਨ ਹੈ ਕਾਰਨ। ਇਹ ਬਾਦਸ਼ਾਹ ਕੀ ਕਾਰਨ ਹੈ, ਤੁਹਾਡਾ ਚਿਹਰਾ ਬੜੀ ਉਦਾਸੀ ਵਾਲਾ ਜਾਪਦਾ ਹੈ, ਇਹਦਾ ਕੀ ਕਾਰਨ ਹੋ ਸਕਦਾ ਹੈ। ਜਿਸ ਤੇ ਏਵ ਦਸ਼ਾ ਕੀਏ ਧਾਰਨ। ਜਿਸ ਦੇ ਕਾਰਨ ਤੁਸੀਂ ਆ ਦਸ਼ਾ ਬਣਾਈ ਹੈ, ਜਿਸ ਦੇ ਕਾਰਨ
ਤੁਹਾਡਾ ਚਿਹਰਾ ਬਹੁਤ ਮੁਰਝਾਇਆ ਹੋਇਆ, ਮਨ ਵਿੱਚ ਉਦਾਸੀ ਹੈ। ਇਹ ਕੀ ਗੱਲ ਹੈ? ਬਦਨ ਪ੍ਰਕਾਸ਼ਿਤ ਨਹੀਂ ਤੁਮਾਰਾ। ਅੱਜ ਤੇ ਤੁਹਾਡੇ ਅੰਗ ਪੈਰ ਹਿੱਲ ਹੀ ਨਹੀਂ ਰਹੇ, ਇੱਕ ਥਾਂ ਤੇ ਆਣ ਕੇ ਬੈਠ ਗਏ ਜੇ। ਇਹ ਤੁਸੀਂ ਦੱਸਣਾ ਕਰੋ। ਮਨਹ ਜੂਪ ਮਹਿ ਮਨ ਕੋ ਹਾਰਾ। ਮਾਨੋ ਜਿਵੇਂ ਕੋਈ ਬੰਦਾ ਜੂਏ ਦੇ ਵਿੱਚ ਬਹੁਤ ਵੱਡੀ ਬਾਜੀ ਹਾਰ ਜਾਂਦਾ ਹੈ, ਆਪਣਾ ਧਨ ਪਦਾਰਥ ਸਾਰਾ ਕੁਝ ਹਾਰ ਜਾਏ ਤੇ ਬੰਦਾ ਸਿਰ ਸੁੱਟ ਕੇ ਬਹਿ ਜਾਂਦਾ ਹੈ। ਇਹ ਬਾਦਸ਼ਾਹ, ਅੱਜ ਤੇ ਤੁਹਾਡੀ ਹਾਲਤ ਇਹੋ ਜਿਹੀ ਬਣ ਗਈ ਹੈ। ਨਹੀਂ ਬਲੋਚਨ ਬਿਕਸਤ ਆਛੇ। ਕਹਿਣ ਲੱਗੇ ਵੀ ਤੁਸੀਂ ਕਿਸੇ ਪਾਸੇ ਕੁਝ ਵੀ ਨਹੀਂ ਦੇਖਣਾ ਚਾਹੁੰਦੇ, ਕਿਸੇ ਪਾਸੇ ਜਿਵੇਂ ਤੁਹਾਡੀ ਨਜ਼ਰ ਨਾ ਜਾਂਦੀ ਹੋਵੇ। ਇਹ ਕੈਸੀ ਹਾਲਤ ਬਣੀ ਹੈ? ਨਹਿ ਪੂਰਬ ਸਮ ਬੋਲਣ ਬਾਛੇ। ਤੇ ਕਹਿਣ ਲੱਗੇ ਤੁਸੀਂ ਕੋਈ ਵੀ ਆਣ ਕੇ ਮੂੰਹ ਦੇ ਵਿੱਚੋਂ ਕੋਈ ਬੋਲ ਨਹੀਂ ਬੋਲਿਆ, ਮੂੰਹ ਦੇ ਵਿੱਚੋਂ ਆਣ ਕੇ ਕੁਝ ਬੋਲਦੇ ਨਹੀਂ, ਤੁਹਾਨੂੰ ਕੋਈ ਬੋਲ ਚੰਗੇ ਨਹੀਂ ਲੱਗਦੇ ਹਨ। ਕੋਸ ਕਾਜ ਬਿਗਾਰਿਓ ਕਾਹੂ। ਤੁਹਾਡਾ ਕਿਹੋ ਜਿਹਾ ਕਾਜ ਜਿਹੜਾ ਇੰਨਾ ਵਿਗੜ ਗਿਆ ਹੈ, ਅੱਜ ਤੁਹਾਡੇ ਕੋਲੋਂ ਬੋਲਿਆ ਨਹੀਂ ਜਾ ਰਿਹਾ ਹੈ। ਨਹਿ ਪੂਰਬ ਜਿਸ ਤੇ ਖੁਸ਼ੀ ਨਹੀਂ ਮਨ ਮਾਹੂ। ਇਹੋ ਜਿਹਾ ਕੋਈ ਕਾਰਜ ਤੁਹਾਡਾ ਵਿਗੜ ਗਿਆ ਹੈ, ਜਿਹਦੇ ਕਾਰਨ ਤੁਹਾਡੇ ਮਨ ਵਿੱਚ ਕੋਈ ਖੁਸ਼ੀ ਨਹੀਂ ਰਹੀ, ਤੁਹਾਡਾ ਮਨ ਬੜਾ ਦੁਖੀ ਜਾਪਦਾ ਹੈ। ਕਹਿਆ ਬਾਦਸ਼ਾਹ ਕਿਆ ਕਹੂੰ ਸੁਣਾਈ। ਫਿਰ ਬਾਦਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਕੀ ਗੱਲ ਸੁਣਾਵਾਂ। ਬੜੇ ਦੁਖੀ ਮਨ ਦੇ ਨਾਲ ਕਹਿੰਦਾ ਹੈ। ਆਸ ਮੰਜਸ ਗਤ ਕਹੀ ਨਾ ਜਾਏ। ਮਹਾਰਾਜ ਇਹ ਤੇ ਬੜੀ ਅਣਬਣ ਜੀ ਵਾਲੀ ਗੱਲ ਬਣ ਗਈ ਆ, ਜਿਹੜੀ ਗੱਲ ਮੈਂ ਮੂੰਹ ਕਰਨੀ ਨਹੀਂ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਸਾਹਮਣੇ ਇਹ ਬੋਲ ਮੈਂ ਬੋਲਣੇ ਨਹੀਂ ਚਾਹੁੰਦਾ, ਬੜੀ ਅਣਬਣ ਜੀ ਵਾਲੀ ਗੱਲ ਬਣ ਗਈ ਹੈ। ਤਉ ਅਵਛ ਬਣੀ ਅਭਿਆਨ। ਕਹਿਣ ਲੱਗਾ ਵੀ ਇਹ ਬਹੁਤ ਕਸੂਤੀ ਜੀ ਗੱਲ ਬਣ ਗਈ ਆ। ਇਹੋ ਜੀ ਗੱਲ ਬਣੀ ਆ ਵੀ ਮੇਰੇ ਸਿਰ ਉੱਤੇ ਸਾੜ ਸਤੀ ਆ ਗਈ ਆ, ਬਹੁਤ ਵੱਡਾ ਕੋਈ ਕਸ਼ਟ ਜਿਹੜਾ ਮੇਰੇ ਸਿਰ ਉੱਤੇ ਆਉਣ ਵਾਲਾ ਹੈ। ਸੁਣੋ ਪੀਰ ਜੀ ਕਰੋ ਬਖਾਨ। ਇਹ ਪੀਰ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੈਂ ਬੇਨਤੀ ਕਰਦਾ ਹਾਂ, ਮੇਰੀ ਬੇਨਤੀ ਸੁਣੋ। ਸਾੜ ਸਤੀ ਮੋਰੇ ਪਰ ਆਈ। ਮੇਰੇ ਸਿਰ ਉੱਤੇ ਸਾੜ ਸਤੀ ਚੜ੍ਹ ਆਈ ਹੈ, ਇਹ ਬਹੁਤ ਮੈਨੂੰ ਦੁਖੀ ਕਰੇਗੀ। ਪਰ ਨਹੀਂ ਕੁਛ ਹੋ ਤੋ ਪਾਈ। ਹੋਰ ਕੋਈ ਉਪਾਅ ਇਹਨੂੰ ਟਾਲਣ ਵਾਸਤੇ ਨਹੀਂ ਹੋ ਸਕਦਾ। ਇਸੇ ਕਰਕੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਆਏ ਹਾਂ। ਏਕ ਜਤਨ ਸੋ ਹੱਥ ਤੁਮਾਰੇ। ਬਾਦਸ਼ਾਹ ਕਹਿਣ ਲੱਗਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਸ ਤੁਹਾਡੇ ਹੱਥ ਵਿੱਚ ਹੀ ਆ। ਇਹਦੇ ਵਾਸਤੇ ਜਿਹੜਾ ਯਤਨ ਕੀਤਾ ਜਾਏ, ਇਹਦੇ ਤੋਂ ਬਚਾਅ ਵਾਸਤੇ ਜਿਹੜਾ ਉਪਾਅ ਕੀਤਾ ਜਾਏ, ਉਹ ਕੇਵਲ ਤੁਸੀਂ ਹੀ ਕਰ ਸਕਦੇ ਹੋ। ਜਿਸ ਤੇ ਉਪਜੇ ਖੈਰ ਹਮਾਰੇ। ਜੇ ਤੁਸੀਂ ਕਿਰਪਾ ਕਰੋਗੇ ਫੇਰ ਮੇਰੀ ਖੈਰ ਆ, ਫੇਰ ਮੇਰਾ ਭਲਾ ਹੋਵੇਗਾ। ਦੁਰਗ ਗਵਾਲੀਅਰ ਮੈਂ ਥਿਰ ਹਵਾ ਕਾ। ਹੁਣ ਬਾਦਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ, ਜਿਸ ਤਰ੍ਹਾਂ ਚੰਦੂ ਨੇ ਆਪਣੀ ਚਾਲ ਚਲਾਈ, ਉਹਦੇ ਵਿੱਚ ਚੰਦੂ ਸਫਲ ਹੋ ਰਿਹਾ ਹੈ। ਉਹਦੀ ਚੰਡਾਲ ਚੌਂਕੜੀ ਬਾਦਸ਼ਾਹ ਦੇ ਮੂੰਹ ਘੁਆਇਆ ਜਾਂਦਾ ਹੈ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹੜਾ ਗਵਾਲੀਅਰ ਦਾ ਕਿਲਾ ਹੈ, ਸਿਮਰ ਅੱਲਾਹ ਮਾਲ ਕਰ ਲੈ ਕੇ। ਮਾਲਾ ਹੱਥ ਵਿੱਚ ਫੜ ਕੇ ਅੱਲਾ ਨੂੰ ਸਿਮਰੋ। ਭਾਵ ਤੁਸੀਂ ਉੱਥੇ ਜਾ ਕੇ ਖੁਦਾ ਨੂੰ ਸਾਡੇ ਭਲੇ ਵਾਸਤੇ ਚੇਤੇ ਕਰੋ। ਇਹ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਜਾਣਾ ਹੋਵੇਗਾ। ਇੱਕ ਚਾਲੀਸਾ ਜੇ ਤੁਮ ਕਰੋ। ਸਾਡੇ ਵਾਸਤੇ ਘੱਟ ਤੋਂ ਘੱਟ ਜਿਹੜੇ 40 ਦਿਨ ਆ,
ਮਹਾਰਾਜ ਤੁਸੀਂ ਉੱਥੇ ਜਾ ਕੇ ਖੁਦਾ ਨੂੰ ਅੱਲਾ ਨੂੰ ਚੇਤੇ ਕਰਨਾ ਹੈ। ਸਾੜ ਸਤੀ ਕੋ ਬਲ ਪਰ ਹਰੋ। ਫਿਰ ਇਹ ਜਿਹੜੀ ਸਾੜ ਸਤੀ ਹੈ ਨਾ, ਇਹਦਾ ਬਲ ਟਲ ਜਾਵੇਗਾ, ਇਹ ਸ਼ਕਤੀਹੀਣ ਹੋ ਜਾਏਗੀ। ਇਹਦੀ ਜਿਹੜੀ ਤਾਕਤ ਆ, ਜੇ ਤੁਸੀਂ ਗਵਾਲੀਅਰ ਦੇ ਕਿਲੇ 'ਚ ਜਾ ਕੇ ਭਜਨ ਬੰਦਗੀ ਸਿਮਰਨ ਕਰਦੇ ਹੋ, ਫਿਰ ਇਹਦਾ ਬਲ ਮੇਰੇ ਸਿਰ ਤੋਂ ਲੈ ਜਾਵੇਗਾ। ਖੈਰ ਹੋਏ ਸਭ ਰੀਤ ਹਮਾਰੇ। ਫਿਰ ਸਾਡੀ ਸਾਰੀ ਜਿਹੜੀ ਰੀਤੀ ਆ ਨਾ, ਜੋ ਵੀ ਰਾਜ ਭਾਗ ਦੇ ਕੰਮ ਆ, ਬੜੇ ਚੰਗੀ ਤਰ੍ਹਾਂ ਹੋਣਗੇ ਤੇ ਸਾਡਾ ਭਲਾ ਹੋ ਜਾਵੇਗਾ। ਹੋਏ ਬਰਨੀ ਜਬ ਏਵ ਤੁਮਾਰੇ। ਜਦੋਂ ਤੁਸੀਂ ਆਪ ਕਿਰਪਾ ਕਰੋਗੇ, ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਆਪਣੇ ਮੁਖ ਤੋਂ ਖੁਦਾ ਦੇ ਵਿੱਚ ਸਾਡੇ ਭਲੇ ਵਾਸਤੇ ਤੁਸੀਂ ਆਪ ਬਚਨ ਕਰੋਗੇ। ਸੋ ਸ੍ਰੀ ਸਤਿਗੁਰ ਸੁਨ ਸਭ ਲਖ ਪਾਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਸਤਿਗੁਰੂ ਜਿਹੜੇ ਅੰਤਰਜਾਮੀ ਹੈ, ਜਿਹੜੇ ਦਿਲਾਂ ਦੀਆਂ ਜਾਣਨ ਵਾਲੇ ਆ। ਜਦੋਂ ਬਾਦਸ਼ਾਹ ਜਹਾਂਗੀਰ ਦੇ ਪਾਸੋਂ ਇਸ ਗੱਲ ਨੂੰ ਸੁਣਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਜਾਣ ਗਏ ਹਨ। ਜਥਾ ਦੁਸ਼ਟ ਮਿਲ ਕੀਨ ਖੁਟਾਏ। ਜਿਸ ਢੰਗ ਦੇ ਨਾਲ ਦੁਸ਼ਟ ਚੰਦੂ ਨੇ ਇਹ ਸਾਰੀ ਵਿਉਂਤ ਬਣਾਈ ਹੈ, ਇਹ ਖੁਟਾਈ ਵਾਲੀਆਂ ਉਹਨੇ ਚਲਾਕੀਆਂ ਕੀਤੀਆਂ ਹਨ, ਇਹ ਸਾਰੀ ਗੱਲ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਚੰਗੀ ਤਰ੍ਹਾਂ ਸਮਝ ਗਏ ਹਨ। ਆਪ ਜੇ ਕਰੇ ਹਟਾਵਨ ਬਾਦਸ਼ਾਹੋ। ਤੇ ਵਿਚਾਰ ਕਰਦੇ ਨੇ ਵੀ ਜੇ ਅਸੀਂ ਬਾਦਸ਼ਾਹ ਨੂੰ ਜਵਾਬ ਦਿੰਦੇ ਹਾਂ, ਜੇ ਅਸੀਂ ਬਾਦਸ਼ਾਹ ਦੀ ਗੱਲ ਇਸ ਵੇਲੇ ਨਹੀਂ ਮੰਨਦੇ ਹਾਂ, ਮਲਨ ਹੋਏ ਸੰਸੇ ਮਨ ਮਾਹੋ। ਬਾਦਸ਼ਾਹ ਫਿਰ ਉਦਾਸ ਹੋ ਜਾਏਗਾ, ਕਿਉਂਕਿ ਪਹਿਲਾਂ ਹੀ ਵਿਰੋਧੀਆਂ ਨੇ ਬਹੁਤ ਡਰਾਇਆ ਹੋਇਆ ਹੈ, ਇਹਨੂੰ ਮੌਤ ਹੀ ਦਿਖਾਈ ਦਿੰਦੀ ਹੈ। ਇਹਦੇ ਮਨ ਵਿੱਚ ਫਿਰ ਸਾਡੇ ਪ੍ਰਤੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਘਰ ਆ, ਇਹਦੇ ਮਨ ਵਿੱਚ ਬਹੁਤ ਵੱਡਾ ਸੰਸਾ ਪੈਦਾ ਹੋ ਜਾਵੇਗਾ। ਜੇ ਨਹਿ ਜਾਏ ਕਰੇ ਹਟਾਵਨ। ਤੇ ਜੇ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਨਹੀਂ ਜਾਂਦੇ, ਇਹ ਫਿਰ ਮਿਲ ਕੇ ਤੇ ਸਾਡੇ ਖਿਲਾਫ ਹੋ ਜਾਏਗਾ, ਨਫ਼ਰਤ ਕਰੇਗਾ। ਉਹ ਵਿਰੋਧੀ ਇਹਦੇ ਮਨ ਵਿੱਚ ਈਰਖਾ ਭਰਨਗੇ, ਫਿਰ ਮਿਲ ਕੇ ਸਾਡੀ ਮੁਖਾਲਫਤ ਵਿਰੋਧਤਾ ਕਰੇਗਾ। ਹਮ ਸੋ ਬਿਗੜੇ ਭੇਦ ਨਾ ਲਹੈ। ਸਾਡੇ ਨਾਲ ਫਿਰ ਇਹ ਵਿਗੜ ਜਾਵੇਗਾ। ਤੇ ਇਸੇ ਤਰ੍ਹਾਂ ਇਹ ਫਿਰ ਜਿਹੜਾ ਅਸਲੀ ਭੇਦ ਆ ਉਹ ਜਾਣੇਗਾ ਨਹੀਂ, ਜਿਹੜਾ ਚੰਦੂ ਵਾਲਾ, ਕਿਉਂਕਿ ਅਸੀਂ ਆਏ ਹਾਂ ਵੀ ਚੰਦੂ ਦੇ ਕੀਤੇ ਹੋਏ ਪਾਪ ਦੀ ਉਹਨੂੰ ਸਜ਼ਾ ਮਿਲੇ। ਜੇ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਨਹੀਂ ਜਾਂਦੇ, ਫਿਰ ਚੰਦੂ ਦਾ ਕੀਤਾ ਹੋਇਆ ਪਾਪ ਉਗੜੇਗਾ ਨਹੀਂ। ਹੋਰ ਵਿਚਾਰ ਗੁਰ ਕਹਿਓ ਬਣਾਏ। ਸਤਿਗੁਰਾਂ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਵੇਂ ਬੰਤ ਬਣਾਉਂਦੇ ਹਨ, ਤੋ ਪਰ ਸਾੜ ਸਤੀ ਨਹਿ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ ਕਿ ਵੇਖ ਬਾਦਸ਼ਾਹ, ਇਹ ਸਾੜ ਸਤੀ ਤੇਰੇ ਸਿਰ ਉੱਤੇ ਨਹੀਂ ਆਈ, ਐਵੇਂ ਤੈਨੂੰ ਇਹਨਾਂ ਨੇ ਭਰਮ ਦੇ ਵਿੱਚ ਪਾਇਆ, ਤੇਰੇ ਉੱਤੇ ਸਾੜ ਸਤੀ ਨਹੀਂ ਆਈ ਹੈ। ਨਹੀਂ ਕਸ਼ਟ ਕੁਛ ਆਵਹਿ ਨੇਰੇ। ਤੂੰ ਕਿਸੇ ਗੱਲੋਂ ਕੋਈ ਚਿੰਤਾ ਨਾ ਕਰ, ਕੋਈ ਕਸ਼ਟ ਵੀ ਤੇਰੇ ਨੇੜੇ ਨਹੀਂ ਆਵੇਗਾ, ਤੇਰਾ ਕੁਝ ਵੀ ਨਹੀਂ ਵਿਗੜੇਗਾ। ਸ਼ਰੇ ਅਹ ਤੇਰੀ ਹਮ ਹੀਰੇ। ਮਹਾਰਾਜ ਕਹਿਣ ਲੱਗੇ ਤੇਰਾ ਕੋਈ ਨੁਕਸਾਨ ਨਹੀਂ ਹੋਵੇਗਾ, ਤੇਰਾ ਕਿਸੇ ਕਿਸਮ ਦਾ ਕੋਈ ਵੀ ਕਿਸੇ ਪੱਖ ਤੋਂ ਤੈਨੂੰ ਕੋਈ ਵੀ ਜਿਹੜਾ ਉਹ ਹਾਨੀ ਨਹੀਂ ਹੋਵੇਗੀ, ਤੈਨੂੰ ਲਾਭ ਹੀ ਲਾਭ ਹੋਵੇਗਾ, ਕੋਈ ਨੁਕਸਾਨ ਨਹੀਂ ਹੋਵੇਗਾ। ਅਸੀਂ ਵੀ ਤੇਰੇ ਭਲੇ ਵਾਸਤੇ ਤੇਰੀ ਚੰਗੀ ਖਬਰ ਚਾਹੁੰਦੇ ਹਾਂ, ਤੇਰੀ ਤੰਦਰੁਸਤੀ ਹੀ ਚਾਹੁੰਦੇ ਹਾਂ। ਜਿਸ ਪਰ ਸਾੜ ਸਤੀ ਅਬ ਆਏ। ਹੁਣ ਮਹਾਰਾਜ ਦੱਸਦੇ ਨੇ ਬਾਦਸ਼ਾਹ ਨੂੰ
ਵੀ ਜੇ ਇਹਦੇ ਉੱਤੇ ਸਾੜ ਸਤੀ ਚੜ ਕੇ ਆਈ ਆ ਨਾ, ਜਿਹੜਾ ਬੰਦਾ ਇਹ ਸਾੜ ਸਤੀ ਦੀ ਗੱਲ ਕਰਦਾ ਹੈ, ਜੇ ਇਹਦੇ ਉੱਤੇ ਚੜ ਕੇ ਆਈ ਹੈ, ਤਿਸ ਤੈ ਬਣਹਿ ਨ ਏਕ ਉਪਾਏ। ਉਹ ਹੁਣ ਆਪਣੇ ਬਚਾਅ ਵਾਸਤੇ ਜਿੰਨੇ ਮਰਜ਼ੀ ਯਤਨ ਕਰ ਲਵੇ, ਇਹ ਸਾੜ ਸਤੀ ਉਹਦੇ ਸਿਰ ਤੋਂ ਟਲਣ ਵਾਲੀ ਨਹੀਂ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ਼ਾਰਾ ਕਰ ਦਿੱਤਾ। ਇਹ ਜਿਹੜਾ ਚੰਦੂ ਹਮੇਸ਼ਾ ਪਾਪ ਕਰਦਾ ਰਿਹਾ ਤੇ ਅੱਜ ਸਾੜ ਸਤੀ ਦੀਆਂ ਗੱਲਾਂ ਬਣਾ ਕੇ ਦੱਸਦਾ ਬਾਦਸ਼ਾਹ। ਸਾੜ ਸਤੀ ਤਾਂ ਜਿਹੜੇ ਬੰਦੇ ਉੱਤੇ ਆਈ ਆ ਨਾ, ਹੁਣ ਉਹ ਜਿੰਨੇ ਮਰਜ਼ੀ ਉਹ ਪਾਪ ਕਰ ਲਵੇ, ਇਹ ਸਾੜ ਸਤੀ ਤੋਂ ਉਹ ਬਚ ਨਹੀਂ ਸਕਦਾ ਹੈ। ਕਾਲ ਜਾਏ ਪਖ ਦੇਖਤ ਤੇਰੇ। ਤੁਸੀਂ ਦੇਖੋਗੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ ਬਾਦਸ਼ਾਹ, ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੋਗੇ, ਤੁਹਾਡੇ ਸਾਹਮਣੇ ਸਾਰਾ ਕੁਝ ਹੋਵੇਗਾ ਵੀ ਇਹ ਸਾੜ ਸਤੀ ਕਿਹਦੇ ਸਿਰ ਉੱਤੇ ਆਉਂਦੀ ਆ। ਤੁਸੀਂ ਆਪ ਸਾਰਾ ਕੁਝ ਦੇਖੋਗੇ, ਉਹ ਸਮਾਂ ਵੀ ਛੇਤੀ ਆਉਣ ਵਾਲਾ ਹੈ। ਮਰਹਿ ਕੋ ਮ੍ਰਿਤ ਪਾਪ ਫਲ ਪ੍ਰੇਰੇ। ਜਿਸ ਬੰਦੇ ਨੇ ਪਾਪ ਕਰਮ ਕੀਤੇ ਆ, ਉਹਦੇ ਕੀਤੇ ਹੋਏ ਪਾਪ ਜਿਹੜੇ ਆ ਨਾ, ਉਹਦਾ ਫਲ ਜਿਹੜਾ ਅੱਜ ਇਹਨੂੰ ਪ੍ਰੇਰਨਾ ਕਰਕੇ ਇਹ ਸਾੜ ਸਤੀ ਦਾ ਬਹਾਨਾ ਬਣਾ ਕੇ ਤੇ ਮੌਤ ਦਾ ਡਰ ਦੇ ਕੇ ਤੁਹਾਨੂੰ ਡਰਾਇਆ ਜਾ ਰਿਹਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਬਚਨ ਕਰਦੇ ਹਨ। ਹਮਰੇ ਪਰਵਿਸੈ ਦੁਰਗਮ ਜਾਰੇ। ਕਹਿਣ ਲੱਗੇ ਕੋਈ ਗੱਲ ਨਹੀਂ, ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਗਵਾਲੀਅਰ ਦੇ ਕਿਲੇ ਜਾਵਾਂਗੇ, ਉੱਥੇ ਬਹਿ ਕੇ ਅਸੀਂ ਭਗਤੀ ਸਿਮਰਨ ਕਰਾਂਗੇ। ਇੱਥੇ ਵੀ ਸਿਮਰਨ ਕਰਦੇ ਹਾਂ, ਤੇਰੇ ਭਲੇ ਵਾਸਤੇ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਵੀ ਬਹਿ ਜਾਵਾਂਗੇ। ਉਪਜਤ ਹੈ ਕਲਿਆਣ ਤੁਮਾਰੇ। ਤੁਹਾਡਾ ਅਸੀਂ ਵੀ ਭਲਾ ਚਾਹੁੰਦੇ ਹਾਂ, ਤੁਹਾਡਾ ਇਹਦੇ ਵਿੱਚ ਭਲਾ ਹੀ ਹੋਵੇਗਾ। ਤੋ ਹਮ ਜਾਹੇ ਜਾਪ ਕੋ ਕਰੈ। ਠੀਕ ਹੈ, ਅਸੀਂ ਉੱਥੇ ਜਾ ਕੇ ਵੀ ਰੱਬ ਦਾ ਨਾਮ ਜਪਾਂਗੇ, ਇੱਥੇ ਵੀ ਜਪਦੇ ਹਾਂ, ਖੁਦਾ ਨੂੰ ਚੇਤੇ ਕਰਾਂਗੇ। ਸਭ ਸੰਕਟ ਤੇਰੇ ਪਰ ਹਰੈ। ਬਾਦਸ਼ਾਹ ਤੇਰੇ ਸਾਰੇ ਸੰਕਟ ਖਤਮ ਹੋ ਜਾਣਗੇ, ਤੇਰੇ ਸਿਰ ਤੋਂ ਸਾਰੀਆਂ ਹੀ ਸਾੜ ਸਤੀਆਂ ਟਲ ਜਾਣਗੀਆਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਦੱਸੀ। ਇਸ ਤੋਂ ਬਾਅਦ ਬਾਦਸ਼ਾਹ ਦੇ ਮਨ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮੇਰੀ ਤੰਦਰੁਸਤੀ ਦੇ ਵਾਸਤੇ ਬਚਨ ਕਰ ਦਿੱਤੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਕਿਵੇਂ ਜਾਂਦੇ ਆ, 5 ਸਿੱਖਾਂ ਨੂੰ ਨਾਲ ਲੈਂਦੇ ਆ। ਆਉਣ ਵਾਲੇ ਦਿਨਾਂ ਵਿੱਚ ਇਹ ਅਗਲਾ ਪ੍ਰਸੰਗ ਵਿਚਾਰਿਆ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤ ਮਾਈ ਭਾਈ ਦਾ ਧੰਨਵਾਦ।